ਹਸਤਲਿਖਤ ਲੱਕੜ ਦੀਆਂ ਸੀਗੀਆਂ ਪੱਟੀਆਂ ਜਿਨ੍ਹਾਂ ਦੇ ਉੱਤੇ ਚਾਂਦੀ ਦੇ ਚੜੇ ਹੋਏ ਸਨ ਪੱਤਰੇ। ਉਹਨਾਂ ਚਾਂਦੀ ਦੇ ਪੱਤਰਿਆਂ ਉੱਤੇ ਗੁਰੂ ਸਾਹਿਬਾਨ ਦੇ ਆਪਣੇ ਹੱਥਾਂ ਨਾਲ ਲਿਖੇ ਹੋਏ ਹਸਤਲਿਖਤ ਹੁਕਮਨਾਮੇ ਸੀ ਸੰਗਤ ਦੇ ਨਾਮ। ਔਰ ਉਹ ਗਿਣਤੀ ਅਗਰ ਆਪਾਂ ਕਰ ਸਕੀਏ ਤਾਂ ਮੇਰਾ ਖਿਆਲ 200 ਦੇ ਕਰੀਬ ਜ਼ਰੂਰ ਹੋਣਗੇ। ਇਸ ਤੋਂ ਜ਼ਿਆਦਾ ਭਾਵੇਂ ਹੋਣ, ਘੱਟ ਨਹੀਂ ਹੋਣੇ। ਬਿਰਧ ਬੀੜਾ ਸੀਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਜਿਨ੍ਹਾਂ ਦੀ ਸੇਵਾ ਹਰ ਹਫ਼ਤੇ ਹੁੰਦੀ ਸੀ। ਇਤਿਹਾਸ ਦੀਆਂ ਕਿਤਾਬਾਂ ਸੀਗੀਆਂ, ਉੱਥੇ ਪਰਸ਼ੀਅਨ 'ਚ ਲਿਖੀਆਂ ਹੋਈਆਂ ਕਿਤਾਬਾਂ ਸੀਗੀਆਂ, ਉਰਦੂ 'ਚ ਲਿਖੀਆਂ ਹੋਈਆਂ ਕਿਤਾਬਾਂ ਸੀਗੀਆਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਰਫ ਇੱਕ ਧਰਮ ਦੀਆਂ ਕਿਤਾਬਾਂ ਸੀਗੀਆਂ। 1 ਜੂਨ ਨੂੰ ਜਿਹੜੀ ਗੋਲੀ ਚੱਲੀ ਹੈ ਨਾ ਜੀ, ਉਹ ਫੌਜ ਨੇ ਚਲਾਈ ਸੀ, ਉਹ ਸਰਟਨ ਹੈਗਾ। ਗੋਲੀ ਚੱਲੀ ਲਾਇਬ੍ਰੇਰੀ ਦੀਆਂ ਦੀਵਾਰਾਂ ਚੋਂ ਲੰਘ ਕੇ ਅਲਮਾਰੀਆਂ ਦੇ ਤੱਕ ਉਹ ਗੋਲੀ ਆਈ। ਅਸੀਂ ਅਲਮਾਰੀਆਂ ਦੇ ਪਿੱਛੇ ਲੁਕੇ। 4 ਬੰਦੇ ਸੀ ਜੀ, ਮੈਂ, ਸਰਦਾਰ ਦਵਿੰਦਰ ਸਿੰਘ ਦੁੱਗਲ, ਇੱਕ ਸੇਵਾਦਾਰ ਸੀ ਬੇਦੀ, ਇੱਕ ਬਲਬੀਰ ਸਿੰਘ, ਹਰਦੀਪ ਸਿੰਘ ਇੱਕ ਅਸਿਸਟੈਂਟ ਹੈਗਾ ਸੀ ਜੀ ਉੱਥੇ। 1 ਜੂਨ 1984 ਨੂੰ ਮੈਂ ਅਤੇ ਡਾਕਟਰ ਦਵਿੰਦਰ ਸਿੰਘ ਦੁੱਗਲ ਅਤੇ ਉਹਨਾਂ ਦੇ ਮਿਸੇਜ ਤੇ 1-2 ਸਟਾਫ ਦੇ ਬੰਦੇ ਹੋਰ ਸਨ, ਅਸੀਂ ਇਕੱਠਿਆਂ ਬੈਠ ਕੇ ਖਾਣਾ ਖਾਧਾ। ਖਾਣਾ ਖਾਂਦਿਆਂ ਹੀ 1 ਵੱਜ ਕੇ ਕੁਝ ਮਿੰਟ ਤੇ ਫਾਇਰਿੰਗ ਸ਼ੁਰੂ ਹੋ ਗਈ ਤੇ ਫਾਇਰਿੰਗ ਦੌਰਾਨ ਅਸੀਂ ਇਕੱਠੇ ਹੀ ਰਹੇ ਹਾਂ। ਫਾਇਰਿੰਗ ਉਹ ਸ਼ਾਮ ਤੱਕ ਚੱਲਦੀ ਰਹੀ। ਸ਼ਾਮ ਤੱਕ ਅਸੀਂ ਉੱਥੇ ਇਕੱਠੇ ਰਹੇ ਹਾਂ। ਅਲਮਾਰੀਆਂ ਦੇ ਥੱਲੇ ਲੁਕ ਕੇ ਸਾਈਡਾਂ ਤੇ ਲੋਹੇ ਦੀਆਂ ਅਲਮਾਰੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਅਸੀਂ ਆਪਣੀ ਜਾਨ ਬਚਾਈ ਕਹਿ ਲਓ ਜਾਂ ਗੋਲੀਆਂ ਦਾ ਨਿਸ਼ਾਨਾ ਹੋਣ ਤੋਂ ਬਚੇ। ਇਹ 1 ਜੂਨ ਦੀ ਹਰਕਤ ਹੈਗੀ ਔਰ ਇਹ ਫੌਜ ਦੀ ਹਰਕਤ ਹੈਗੀ ਹੈ, ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ। 3 ਜੂਨ 84 ਨੂੰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਵਸ ਸੀਗਾ। 1 ਜੂਨ ਨੂੰ ਚੱਲੀ ਗੋਲੀ, 2 ਨੂੰ ਵੀ ਨਹੀਂ ਚੱਲੀ, 3 ਨੂੰ ਵੀ ਨਹੀਂ ਚੱਲੀ, ਪਰ ਮਾਹੌਲ ਟੈਂਸ ਸੀਗਾ ਬਹੁਤ। ਦਰਬਾਰ ਸਾਹਿਬ ਇੰਨੀ ਕੁ ਸੰਗਤ ਸੀਗੀ ਕਿ ਤਿਲ ਸਿੱਟਣ ਨੂੰ ਥਾਂ ਨਹੀਂ ਸੀ। ਗਰਮੀ ਬਹੁਤ ਸੀ। ਮੈਂ ਲਾਇਬ੍ਰੇਰੀ ਗਈ, ਮੈਂ ਸਾਸਮ ਕਿ ਆਪਾਂ ਜਲੰਧਰ ਚੱਲੀਏ, ਕਹਿੰਦੇ ਨਹੀਂ ਜਾਣਾ, ਜਲੰਧਰ ਨਹੀਂ ਜਾਣਾ। ਸਰਦਾਰ ਸਾਹਿਬ ਨੂੰ ਸਾਰਾ ਪਤਾ ਸੀ ਵੀ ਗੱਡੀਆਂ ਬੰਦ ਹੋ ਗਈਆਂ, ਕਰਫਿਊ ਲੱਗ ਗਿਆ। ਮੈਨੂੰ ਨਹੀਂ ਦੱਸਿਆ ਉਹਨਾਂ ਨੇ, ਇਹ ਸੋਚ ਕੇ ਵੀ ਸ਼ਾਇਦ ਪੈਨਿਕ ਹੋ ਜਾਏਗੀ ਜਾਂ ਕਿੱਦਾਂ ਹੋਏਗਾ। ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਇਹ ਕਰਫਿਊ ਬਾਰ-ਬਾਰ ਸੀ। ਹਾਂਜੀ, ਕਰਫਿਊ ਜ਼ਰੂਰ ਸੀ, ਬਾਹਰ ਸੀ। ਕੁਰਬਲ ਮਚ ਗਈ। ਜਿੰਨੇ ਲੋਕੀ ਸੀਗੇ ਉਹਨਾਂ ਦਾ ਬਾਹਰ ਜਾਣਾ ਬੰਦ ਹੋ ਗਿਆ। ਹਰਿਮੰਦਰ ਸਾਹਿਬ ਇਤਨੇ ਲੋਕ, ਬਾਹਰ ਜਾਣ ਦਾ ਕਿਸੇ ਨੂੰ ਅਲਾਉਡ ਹੀ ਨਹੀਂ, ਕੋਈ ਜਾ ਹੀ ਨਹੀਂ ਸਕਦਾ ਹਰਿਮੰਦਰ ਸਾਹਿਬ ਤੋਂ ਬਾਹਰ ਨਹੀਂ ਨਿਕਲ ਸਕਦਾ। ਕਰਫਿਊ ਲੱਗ ਗਿਆ ਜੀ, ਗੋਲੀ ਚੱਲਣੀ ਸ਼ੁਰੂ ਹੋ ਗਈ। ਜਿਹੜਾ ਬਾਹਰ ਜਾਂਦਾ ਸੀ ਉਹਨੂੰ ਉਹ ਸ਼ੂਟ ਕਰਦੇ ਸਨ ਆਰਮੀ ਵਾਲੇ। ਸ਼ਾਮ ਪੈ ਗਈ, ਬਹੁਤ ਗਰਮੀ ਸੀਗੀ। ਰਾਤ ਨੂੰ ਅਸੀਂ ਬਾਹਰ ਮੰਜੇ ਢਾ ਲਈਦੇ ਸੀ ਜੀ। ਸਵੇਰੇ ਜਦੋਂ ਮਹਾਰਾਜ ਦਾ ਵਾਕ ਲਿਆ ਗਿਆਨੀ ਜੀ ਨੇ, ਨਾਲ ਦੀ ਨਾਲ ਬਲਾਸਟ ਹੋਇਆ। ਇਸ ਤਰ੍ਹਾਂ ਦਾ ਬਲਾਸਟ ਮੈਂ ਜ਼ਿੰਦਗੀ 'ਚ ਨਹੀਂ ਜੀ ਸੁਣਿਆ ਸੀ। ਏਦਾਂ ਲੱਗੇ ਵੀ ਸਾਰੀ ਬਿਲਡਿੰਗ ਥੱਲੇ ਆ ਜਾਣੀ ਹੈ। ਬਲਾਸਟ ਬਹੁਤ ਜ਼ੋਰ ਦਾ ਸੀਗਾ, ਬਹੁਤ ਜ਼ਬਰਦਸਤ ਧਮਾਕਾ ਸੀ। ਮੰਜੇ ਚੁੱਕੇ ਅੰਦਰ ਕਰ ਲਏ। 2 ਕਮਰੇ ਸਾਡੇ ਕੋਲ, ਜਰਾ ਜਿੰਨਾ ਦਰਵਾਜ਼ਾ ਖੋਲੀਏ, ਠਾ ਗੋਲੀ ਆਏ ਸਾਹਮਣੋਂ। ਦਰਵਾਜ਼ਾ ਬੰਦ ਕਰ ਲਈਏ, ਗੋਲੀ ਚੱਲਣੀ ਸ਼ੁਰੂ ਹੋ ਗਈ। ਬੰਦੇ ਮਰਨੇ ਸ਼ੁਰੂ ਹੋ ਗਏ। ਉੱਥੇ ਮਰ ਗਏ, ਉੱਥੇ ਮਰ ਗਏ। ਕਿੰਨੇ ਲੋਕੀ ਚੀਕਾਂ ਮਾਰ ਮਰੇ, ਕਿੰਨੇ ਲੋਕੀ ਥੱਲੇ ਡਿੱਗੇ। ਸਰੋਵਰ 'ਚ ਡਿੱਗੀਆਂ ਲਾਸ਼ਾਂ ਲੋਕਾਂ ਦੀਆਂ। ਤੁਸੀਂ ਅੰਦਾਜ਼ਾ ਲਾਓ, ਇੱਥੋਂ ਇਸ ਤੋਂ ਜ਼ਿਆਦਾ ਹੋਰ ਕੀ ਘਿਨਾਉਣਾ ਪਾਪ ਹੋ ਸਕਦਾ। 4 ਨੂੰ ਵੀ ਸਾਰਾ ਦਿਨ, 4 ਦੀ ਸਾਰੀ ਰਾਤ, 5 ਨੂੰ ਟੈਂਕ ਵੀ ਆ ਗਏ ਨੇ ਅੰਦਰ। 5 ਦਾ ਸਾਰਾ ਦਿਨ, 5 ਦੀ ਸਾਰੀ ਰਾਤ, 6 ਨੂੰ ਸ਼ਾਮ ਨੂੰ 5 ਵਜੇ ਤੱਕ। ਦੇਖੋ ਤੁਸੀਂ, ਗੋਲੀ ਚੱਲਦੀ ਰਹੀ ਬਰਾਬਰ। ਫਿਰ ਅਨਾਉਂਸਮੈਂਟ ਹੋ ਗਈ ਕਿ ਜੀ ਕਰਫਿਊ ਬੰਦ ਹੋ ਗਿਆ, ਕਰਫਿਊ ਖੁੱਲ ਗਿਆ, ਨਿਕਲ ਜਾਓ। ਮੈਂ ਜ਼ਬਰਦਸਤੀ ਮੈਂ ਹੀ ਕੀਤੀ। ਵੈਸੇ ਇਹ ਤਾਂ ਮੈਂ ਹੀ ਕਹੂੰਗੀ ਵੀ ਮੈਂ ਹੀ ਕੀਤੀ ਕਿ ਚੱਲੀਏ, ਆਪਾਂ ਇੱਥੋਂ ਨਿਕਲ ਚੱਲੀਏ। ਅਸੀਂ ਨਿਕਲ ਪਏ ਜੀ। ਲੇਕਿਨ ਉਦੋਂ ਤੱਕ ਲਾਇਬ੍ਰੇਰੀ ਦਾ ਪੱਤਾ ਵੀ ਨਹੀਂ ਸੀ ਹਿੱਲਿਆ, ਬਿਲਕੁਲ ਇੰਟੈਕਟ ਸੀ। 7 ਨੂੰ ਮੈਂ ਸਵੇਰੇ 8-9 ਵਜੇ ਦੇ ਕਰੀਬ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਦੇਖਿਆ, ਉਹ ਵੀ ਰੀਂਗ ਕੇ ਜ਼ਮੀਨ ਤੇ ਪੈ ਕੇ ਦੇਖਿਆ ਵੀ ਲਾਇਬ੍ਰੇਰੀ ਦੇ ਵਿੱਚੋਂ ਕੋਈ ਮਤਲਬ ਇਦਾਂ ਦਾ ਧੂਆਂ, ਕੋਈ ਫਾਇਰ ਨਹੀਂ ਸੀ ਹੈ। ਇਦਾਂ ਮੈਂ ਸ਼ੌਂਕ ਰੱਖਦਾ ਸਾਂ ਵੀ ਦੇਖਾਂ ਵੀ ਜਿੱਥੇ ਮੇਰੀ ਡਿਊਟੀ ਚੱਲਦੀ ਹੈ ਵੀ ਉਹ ਠੀਕ ਹੈ, ਦੂਰੋਂ ਵੇਖਾਂ, ਤੇ ਮੈਨੂੰ ਉਹ ਠੀਕ ਜਾਪਿਆ। 7 ਨੂੰ ਰਸਤੇ ਸਾਨੂੰ ਫੌਜੀਆਂ ਨੇ ਰੋਕਿਆ ਸੀਗਾ। ਉਹਨਾਂ ਨੇ ਕਿਹਾ ਸੀ ਹੱਥ ਉੱਪਰ ਕਰਕੇ ਜਾਣਾ ਹੈ, ਹੱਥ ਉੱਪਰ ਕਰਕੇ ਜਾਣਾ ਮਤਲਬ ਤੁਸੀਂ ਸਰੈਂਡਰ ਕੀਤਾ। ਅਸੀਂ ਤੁਹਾਨੂੰ ਹਰਾ ਕੇ ਕੱਢਿਆ, ਇਸ ਕਰਕੇ ਹੱਥ ਉੱਪਰ ਕਰਕੇ ਨਿਕਲੋ। ਸਰਦਾਰ ਸਿੰਘ ਦੁੱਗਲ ਨੇ ਕਿਹਾ ਹੱਥ ਉੱਪਰ ਨਹੀਂ ਕਰਨੇ, ਮੈਂ ਹੱਥ ਏਦਾਂ ਥੱਲੇ ਹੀ ਜਾਣੇ ਆ ਮੇਰੇ, ਜਿੱਦਾਂ ਮੈਂ ਤੁਰਿਆ ਜਾਣਾ, ਤੂੰ ਜਿੰਨੀਆਂ ਮਰਜ਼ੀ ਸੋਟੀਆਂ ਮਾਰੀ ਜਾ। ਹਲੇ ਉਦੋਂ ਕਰਫਿਊ ਨਹੀਂ ਸੀ,
ਤਾਂ ਵੀ ਸਾਨੂੰ ਇਹ ਆਰਡਰ ਹੋ ਰਿਹਾ ਸੀ ਵੀ ਹੱਥ ਉੱਪਰ ਕਰਕੇ ਜਾਓ। ਅਸੀਂ ਨਹੀਂ ਹੱਥ ਉੱਪਰ ਕੀਤੇ, ਐਦਾਂ ਹੀ ਹੱਥ ਨੀਚੇ ਰੱਖ ਕੇ ਆ ਗਏ ਔਰ ਅਸੀਂ ਆ ਗਏ ਗੁਰਦੁਆਰਾ ਬਾਬਾ ਦੀਪ ਸਿੰਘ ਤੱਕ। 7 ਜੂਨ ਸ਼ਾਮ ਨੂੰ ਮੈਨੂੰ ਵੀ ਫੌਜ ਨੇ ਫੜ ਲਿਆ ਜੀ। ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ, ਆਰਡਰ ਕੀਤਾ ਵੀ ਬਾਜੂ ਉੱਪਰ ਕਰਕੇ ਕੱਲਾ ਕੱਲਾ ਆਈ ਜਾਓ। ਉਹ ਸਾਨੂੰ ਇੱਕ ਕਿਸਮ ਦਾ ਇਹ ਸਮਝਦੇ ਸਨ ਜਿਵੇਂ ਅਸੀਂ ਪਾਕਿਸਤਾਨ ਦੇ ਹੋਈਏ ਜਾਂ ਕਿਸੇ ਹੋਰ ਮੁਲਕ ਦੇ ਹੋਈਏ, ਦੇਸ਼ ਦੇ ਹੋਈਏ, ਹੋਰ ਕਿਸੇ ਕੰਟਰੀ ਦੇ ਹੋਈਏ। ਉਹ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਸਨ। ਸਾਨੂੰ ਲੋਕਾਂ ਨੇ ਇਦਾਂ ਟਰੀਟ ਕੀਤਾ ਸੀ ਜੀ ਉਦੋਂ ਜਿਵੇਂ ਅਸੀਂ ਰਿਫਿਊਜੀ ਹੁੰਨੇ ਆ। ਮੈਂ ਆਪਣੇ ਸਰਦਾਰ ਸਾਹਿਬ ਨੂੰ ਕਹਿੰਦੀ ਸੀ ਵੀ ਮੈਂ ਪਾਕਿਸਤਾਨ ਨਹੀਂ ਦੇਖਿਆ ਬਣਦਾ, ਪਰ ਇਸ ਇਨਸੀਡੈਂਟ ਨੇ ਮੈਨੂੰ ਪਾਕਿਸਤਾਨ ਦਿਖਾਤਾ। ਸਿੱਖ ਫੈਮਿਲੀਜ਼ ਦੀਆਂ ਔਰਤਾਂ ਦੇ ਵਰ ਟ੍ਰਾਈਂਗ ਟੂ ਗਿਵ ਮੀ ਕਲੋਥਸ, ਕਿਉਂਕਿ ਅਸੀਂ ਉੱਥੋਂ 3 ਕੱਪੜਿਆਂ ਚੋਂ ਨਿਕਲੇ ਸੀ। ਦਰਬਾਰ ਸਾਹਿਬ ਤੋਂ 3 ਕੱਪੜਿਆਂ 'ਚ ਮੈਂ ਨਿਕਲੀ ਸੀ, 3 ਕੱਪੜਿਆਂ 'ਚ ਸਰਦਾਰ ਸਾਹਿਬ ਨਿਕਲੇ ਸੀ। ਅਸੀਂ ਉਹ ਹੀ ਧੋ ਲੈਣੇ, ਸੁਕਾ ਲੈਣੇ, ਤਾਂ ਪਾ ਲੈਣੇ, ਤਾਂ ਜਿੰਨੀ ਦੇਰ ਉਹ ਲਾਉਣੇ ਉਨੀ ਦੇਰ ਚਾਦਰਾਂ ਲਪੇਟੀ ਰੱਖਣੀਆਂ ਅੰਡਰ ਆਲੇ ਦੁਆਲੇ ਦੀਆਂ ਔਰਤਾਂ। ਮੇਰਾ ਖਿਆਲ ਆਪਾਂ ਮਾਈਆਂ ਨੂੰ ਏਦਾਂ ਸੂਟ ਨਹੀਂ ਦਿੰਦੇ ਜੀ ਜਿੱਦਾਂ ਆਪਣਾ ਉਤਾਰ ਮੈਨੂੰ ਦੇਣ ਆਉਂਦੀਆਂ ਸੀ। ਮੈਨੂੰ ਭੁੱਲਣੇ ਨਹੀਂ ਉਹ ਦਿਨ। ਮੈਂ ਨਿਖੇਧੀ ਵੀ ਨਹੀਂ ਕਰਦੀ ਜੀ ਕਿਸੇ ਦੀ, ਨਾ ਮੈਂ ਕਿਸੇ ਦੀ ਬੁਰਾਈ ਕਰਦੀ ਹਾਂ, ਪਰ ਮੈਨੂੰ ਲੱਗਦਾ ਕਿਸੇ ਨੂੰ ਭੀਖ ਦੇਣਾ ਉਹਨੂੰ ਮਾਰ ਦੇਣ ਦੇ ਬਰਾਬਰ ਹੁੰਦਾ। ਕੋਈ ਗੱਲ ਨਹੀਂ, 6 ਨੂੰ ਅਸੀਂ ਗਏ ਸੀ, 14 ਨੂੰ ਅਸੀਂ ਨਿਕਲੇ, 8 ਦਿਨ ਭੁੱਖੇ ਵੀ ਰਹਿ ਸਕਦੇ ਸੀ। ਤੁਸੀਂ ਪਲੀਜ਼ ਮੈਨੂੰ ਨਾ ਫੋਲੋ ਇਹਨਾਂ ਗੱਲਾਂ, ਮੈਨੂੰ ਨਾ ਫੋਲੋ, ਕਿਉਂਕਿ ਮੇਰੇ ਜ਼ਖਮ ਬਹੁਤ ਤੇਜ਼ ਹੋ ਜਾਣਗੇ। ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਪਰ ਲੋਕਾਂ ਨੇ ਜ਼ਖਮ ਬਹੁਤ ਦਿੱਤੇ, ਔਰ ਉਹਨਾਂ ਨੇ ਦਿੱਤੇ ਜਿਹੜੇ ਕਹਿੰਦੇ ਨੇ ਅਸੀਂ ਸਿੱਖੀ ਦੇ ਹਮਦਰਦੀ ਹੈ। ਹੁਣ ਤੱਕ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ 7 ਜੂਨ ਦੇ ਸਵੇਰ ਤੱਕ ਲਾਇਬ੍ਰੇਰੀ ਬਿਲਕੁਲ ਠੀਕ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਲਾਇਬ੍ਰੇਰੀ ਨੂੰ ਹੋਇਆ ਕੀ। ਇਹ ਪਤਾ ਕਰਨ ਲਈ ਅਸੀਂ ਸਰਦਾਰ ਮਨਜੀਤ ਸਿੰਘ ਕਲਕੱਤੇ ਕੋਲ ਵੀ ਗਏ, ਜੋ ਉਸ ਟਾਈਮ SGPC ਦੇ ਮੈਂਬਰ ਸਨ। ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਇਹਨਾਂ ਸਾਰੀਆਂ ਕਿਤਾਬਾਂ ਲੈ ਲਈਆਂ ਚੁੱਕ ਕੇ, ਤੇ ਇੱਥੇ ਯੂਥ ਹੋਸਟਲ ਹੈ GT ਰੋਡ ਦੇ ਉੱਤੇ, ਆਮ ਹੀ ਲੈ ਕੇ ਗਈ, ਤੇ ਪੁਲਿਸ ਵੀ ਨਾਲ ਹੀ ਸੀ। ਕਿ ਜਿਹੜੇ ਲੋਕ ਕਹਿੰਦੇ ਆ ਵੀ ਬਲੂ ਸਟਾਰ ਦੇ ਵਿੱਚ ਸੜੀ ਸਾਰੀ ਲਾਇਬ੍ਰੇਰੀ, ਗਲਤ ਹੈਗਾ। ਲਾਇਬ੍ਰੇਰੀ ਬਲੂ ਸਟਾਰ 6 ਤੱਕ ਨਹੀਂ ਸੜੀ ਸੀ ਜੀ, ਲਾਇਬ੍ਰੇਰੀ ਉਸ ਤੋਂ ਬਾਅਦ ਸਾੜੀ ਗਈ। 15 ਨੂੰ ਅਸੀਂ ਜਦੋਂ ਵਾਪਸ ਗਏ, ਜਿਹੜੀ ਉਹ ਸੜੀ ਹੋਈ ਚੀਜ਼ ਸੀਗੀ, ਜਿਹੜੀ ਉਹ ਸੁਆਹ ਸੀ ਜੀ, ਉਹ ਸੁਆਹ ਅਖਬਾਰਾਂ ਦੀ ਸੀਗੀ। ਜੇ ਕਿਤਾਬਾਂ ਦੀ ਹੁੰਦੀ, ਜਿਲਦਾਂ ਹੁੰਦੀਆਂ, ਗੱਤੇ ਹੁੰਦੇ, ਅਲਮਾਰੀਆਂ ਅਗਰ ਸੀਗੀਆਂ ਟੁੱਟੀਆਂ ਭੱਜੀਆਂ ਅਲਮਾਰੀਆਂ, ਕੋਈ ਲੋਹਾ ਜਿਹੜਾ ਉਹ ਘੁਲ ਕੇ ਸਿਲ ਨਹੀਂ ਸੀ ਬਣ ਗਿਆ ਵੀ ਉਹ ਪਿਘਲ ਗਿਆ ਸੀ ਤਾਂ ਸਿਲ ਗਿਆ ਸੀ, ਉਹ ਸੀਗੀਆਂ ਖੜੀਆਂ ਉੱਥੇ ਲੱਕੜ ਦੀਆਂ ਅਲਮਾਰੀਆਂ ਸੀ ਜੀ, ਸਾਗਵਾਨ ਦੀਆਂ ਅਲਮਾਰੀਆਂ ਸੀਗੀਆਂ ਪਈਆਂ ਅੰਦਰ ਇਤਨੀਆਂ ਵਧੀਆ। ਉਹ ਕਿੱਥੇ ਗਈਆਂ? ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ, ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਜੋ ਹੱਥ ਲਿਖਤ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ। ਮਨਜੀਤ ਸਿੰਘ ਕਲਕੱਤਾ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਟੈਲੀਫੋਨ ਕੀਤਾ ਵੀ ਫੌਰਨ ਇੱਧਰ ਆਓ, ਤੇ ਮੈਂ ਪ੍ਰਕਰਮਾਂ ਦੇ ਵਿੱਚ ਹੀ ਚਲਾ ਗਿਆ ਤੇ ਜਾ ਕੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਬੈਠ ਜਾਓ। ਉਹਨਾਂ ਨੇ ਮੈਨੂੰ ਉਹ ਲਿਫਾਫਾ ਦਿੱਤਾ ਵੀ ਇਸ ਲਿਫਾਫੇ ਨੂੰ ਰਸਤੇ ਵਿੱਚ ਨਹੀਂ ਖੋਲ੍ਹਣਾ। ਉਹ ਜਦੋਂ ਮੈਂ ਆ ਕੇ ਵੇਖਿਆ ਜੀ, ਉਹਦੇ ਵਿੱਚ ਜਿਹੜੀਆਂ ਪੁਰਾਣੀ ਲਾਇਬ੍ਰੇਰੀ ਦਾ ਹਿੱਸਾ ਸਨ, ਵੀ ਲਾਇਬ੍ਰੇਰੀ ਸੜੀ ਨਹੀਂ, ਲਾਇਬ੍ਰੇਰੀ ਚੁੱਕੀ ਗਈ ਹੈ, ਆ ਤੁਹਾਡੇ ਸਾਹਮਣੇ ਹੈ। ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਕਿ 12 ਟਰੱਕ ਗਏ ਜੀ ਕਿਤਾਬਾਂ ਦੇ ਭਰ ਕੇ। ਕਿੱਥੇ ਗਈਆਂ ਉਹ ਕਿਤਾਬਾਂ?
ਕਿੱਥੇ ਗਏ ਉਹ ਮਹਾਰਾਜ ਦੇ ਸਰੂਪ, ਕਿੱਥੇ ਗਏ ਉਹ ਜਿੰਨੇ ਹੁਕਮਨਾਮੇ ਸੀਗੇ ਉਹ ਸਾਰੇ, ਉਹ ਸਵਾਹ ਨਹੀਂ ਸੀ ਹੋਏ। ਉਹ ਸਿਰਫ ਔਰ ਸਿਰਫ ਸਵਾਹ ਉਹਨਾਂ ਮੈਗਜ਼ੀਨਾਂ ਦੀ ਸੀ। 100 ਸਾਲ ਦੀ ਪੂਰੀ ਅਖਬਾਰ ਸੀਗੀ, ਕਈ ਅਖਬਾਰਾਂ ਪੂਰੇ 100 ਸਾਲ ਦੀਆਂ ਉੱਥੇ ਪਈਆਂ ਸੀ। ਉਹ ਅਖਬਾਰਾਂ ਸਾਰੀਆਂ ਸਵਾਹ ਹੋਈਆਂ ਔਰ ਗੋਡੇ ਉੱਥੇ ਸਵਾਹ ਹੈਗੀ ਸੀ। ਜਿਸ ਸਵਾਹ ਵਿੱਚ ਜੀ ਮੇਰੇ ਪਤੀ ਦੇਵ ਗਏ ਸਨ ਜੀ, ਜਿਨ੍ਹਾਂ ਨੂੰ ਕਿਹਾ ਗਿਆ ਵੀ ਚਾਰਜ ਲਾਓ ਜੀ, ਆ ਲਓ ਚਾਬੀ ਤੇ ਲਾਇਬ੍ਰੇਰੀ ਦਾ ਚਾਰਜ, ਕਿਉਂਕਿ ਬਾਕੀ ਸਾਰਾ ਕੁਝ ਪੇਂਟ ਪੁੰਟ ਕਰ ਲਿਆ ਸੀ ਉਹਨਾਂ ਨੇ। ਤਾਂ ਉਹਨਾਂ ਨੇ ਲਿਖ ਕੇ ਦਿੱਤਾ ਸੀ, ਇਹ ਸਰਕਾਰੀ ਕਾਗਜ਼ਾਂ ਵਿੱਚ ਲਿਖਿਆ ਹੋਇਆ ਡਾਕੂਮੈਂਟ ਹੈ, ਜਿੱਥੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਹੈ ਔਰ ਮੈਂ ਸੁਆਹ ਦਾ ਚਾਰਜ ਲੈ ਲਿਆ। ਕੁਝ ਕਿਤਾਬਾਂ ਵਾਪਸ ਆਈਆਂ ਨੇ, ਜਿਹੜੇ ਪਹਿਲੋਂ ਕਹਿੰਦੇ ਸਨ ਉਹ ਸੜ ਗਈਆਂ ਨੇ, ਫਿਰ ਉਹ ਵਾਪਸ ਕਿਵੇਂ ਆ ਗਈਆਂ? ਇਹ 92-93 ਦੀ ਗੱਲ ਹੈ। ਸਰਕਾਰ ਨੇ ਸਾਨੂੰ ਕੁਝ ਦਿੱਤਾ ਵੀ ਅਸੀਂ ਤੁਹਾਨੂੰ ਕੁਝ ਰਿਕਾਰਡ ਦੇ ਰਹੇ ਹਾਂ, ਦਿੱਲੀ ਤੋਂ ਆ ਕੇ ਲੈ ਜਾਓ। ਤੇ ਮੈਂ ਤੇ ਬਲਵੀਰ ਸਿੰਘ ਉਸ ਸਮੇਂ ਦੇ ਲਾਇਬ੍ਰੇਰੀਅਨ, ਅਸੀਂ ਜਾ ਕੇ ਅਸੀਂ ਵੀ ਸਮਾਨ ਛਾਂਟਿਆ ਉੱਥੇ। ਤਾਂ ਉਹਦੇ ਵਿੱਚੋਂ ਸਾਨੂੰ ਐਕਸੈਸ਼ਨ ਰਜਿਸਟਰ ਸੀ ਜਿਹੜੇ, ਉਹ ਤਿੰਨੇ ਹੀ ਲੱਭ ਗਏ। ਚੋਰ ਜਾਂਦਾ ਆਪਣੀ ਕੋਈ ਨਿਸ਼ਾਨੀ, ਆਪਣਾ ਕੋਈ ਉਹ ਮਤਲਬ ਪੈਰਾਂ ਦੇ ਨਿਸ਼ਾਨ ਉਹ ਛੱਡ ਜਾਂਦਾ ਹੈ, ਤੇ ਉਹ ਆਪਣਾ ਜਿਹੜਾ ਸਰਕਾਰ ਸੀ ਉਹ ਗਲਤੀ ਨਾਲ, ਭੁਲੇਖੇ ਨਾਲ, ਜਾਂ ਉਹਨਾਂ ਨੂੰ ਇਹ ਕਹਿ ਲਈਏ ਕਿ ਉਹਨਾਂ ਨੂੰ ਸ਼ਾਇਦ ਇੰਨਾ ਪਤਾ ਹੀ ਨਹੀਂ ਸੀ ਵੀ ਅਸੀਂ ਇਹਨਾਂ ਨੂੰ ਕੀ ਸੌਂਪਣਾ ਕਰ ਰਹੇ ਹਾਂ। ਸਰਕਾਰ ਨੇ ਸਾਨੂੰ ਇਹ ਤੇ ਦੇ ਦਿੱਤਾ ਵੀ ਆ ਲੋ, ਇੰਨਾ ਕੁ ਅਸੀਂ ਦੇ ਦਿੰਦੇ ਆ ਵੀ ਤੁਹਾਡੇ ਕੋਲ ਹੈ ਕੀ ਸੀ, ਆ ਤੁਹਾਨੂੰ ਦੱਸ ਦਿੰਦੇ ਆ, ਬਾਕੀ ਅਸੀਂ ਦੇਣਾ ਦੂਣਾ ਕੁਝ ਨਹੀਂ। ਸਤਨਾਮ ਸਿੰਘ, ਜੋ ਅੱਜ ਅਕਾਲ ਤਖਤ ਦੇ 5 ਪਿਆਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਕੋਰਟ ਵਿੱਚ ਕੇਸ ਦਰਜ ਕੀਤਾ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਕੀਤਾ ਜਾਵੇ। ਇਹ ਉਹਨਾਂ ਕਿਤਾਬਾਂ ਦੀ ਲਿਸਟ ਹੈ ਜੀ ਜਿਹੜੀਆਂ ਇੱਥੇ ਸਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ। ਇਹ ਮਨਜੀਤ ਸਿੰਘ ਕਲਕੱਤਾ ਉਦੋਂ ਸੈਕਟਰੀ ਸੀਗੇ, ਉਹਨਾਂ ਨੂੰ ਮੈਂ ਮਿਲਿਆ ਤਾਂ ਉਹਨਾਂ ਨੇ ਲਾਇਬ੍ਰੇਰੀਅਨ ਜਿਹੜਾ ਸੀ ਇੱਥੇ ਉਹਨਾਂ ਨੂੰ ਜਾ ਕੇ ਕਿਹਾ ਵੀ ਤੁਸੀਂ ਇਹਨਾਂ ਲਿਸਟ ਦੇ ਦਿਓ। ਲਗਭਗ 180-85 ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਗਰੇਜ਼ੀ ਵਿੱਚ, ਪੰਜਾਬੀ ਵਿੱਚ ਤੇ ਹਿੰਦੀ ਵਿੱਚ, ਉਹਨਾਂ ਸਾਰਿਆਂ ਦੀ ਟੋਟਲ ਜਿੰਨਾ ਵੀ ਲਾਇਬ੍ਰੇਰੀ ਵਿੱਚ ਜੋ ਵੀ ਹੁੰਦਾ ਸਾਰੇ ਦੀ ਇਹ ਲਿਸਟ ਹੈ। 2002 'ਚ ਕੇਸ ਪਾਤਾ, ਕੇਸ ਸਾਡਾ ਹਾਈ ਕੋਰਟ ਦੇ ਵਿੱਚ ਐਂਟਰ ਹੋ ਗਿਆ। ਮੈਂ ਉੱਥੇ ਸਾਬਤ ਕਰ ਰਿਹਾ ਵੀ ਲਾਇਬ੍ਰੇਰੀ ਹੈਗੀ ਹੈ, ਲਾਇਬ੍ਰੇਰੀ ਸੜੀ ਨਹੀਂ ਹੈ, ਲਾਇਬ੍ਰੇਰੀ ਚੁੱਕ ਕੇ ਖੜੀ ਹੈ। 7 ਤਰੀਕ ਨੂੰ ਲਾਇਬ੍ਰੇਰੀ ਇੱਥੋਂ ਚੱਕੀ ਗਈ ਹੈ ਲਾਇਬ੍ਰੇਰੀ ਹਾਲ 'ਚੋਂ। ਉਹਦਾ ਗਵਾਹ ਜਿਹੜਾ ਆਈ ਵਿਟਨੈਸ ਸੀ ਸਾਡੇ ਕੇਸ ਵਿੱਚ, ਉਹ ਸੀ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ। ਸ਼ਬਦਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ, ਅਗਲੇ ਦਿਨ ਰਣਜੀਤ ਸਿੰਘ ਨੰਦਾ ਨੇ ਕੀਤੀ, ਤੇ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਰਿਟਾਇਰਮੈਂਟ ਸਾਡੀ ਹੋ ਗਈ ਹੈ, ਹੁਣ ਸਾਨੂੰ ਕਿਸੇ ਦਾ ਕੋਈ ਗੱਲ ਨਹੀਂ, ਸਿੱਖ ਰੈਫਰੈਂਸ ਲਾਇਬ੍ਰੇਰੀ ਬਿਲਕੁਲ ਸੜੀ ਨਹੀਂ, ਅਸੀਂ ਚੁੱਕ ਕੇ ਖੜੀ ਆ। 180 ਬੋਰੀਆਂ ਅਸੀਂ ਭਰ ਕੇ ਲੈ ਕੇ ਗਏ ਆ, ਇੰਡੀਅਨ ਆਰਮੀ ਦੇ ਜਹਾਜ਼ ਦੇ ਵਿੱਚ ਉੱਥੇ ਏਅਰਪੋਰਟ ਤੇ ਰੱਖੀ ਹੈ, ਜਾ ਕੇ ਉਹਦੇ ਵਿੱਚ ਲੱਦੀ ਆ, ਫਿਰ ਦਿੱਲੀ ਲੈ ਕੇ ਗਏ ਆ, ਦਿੱਲੀੋਂ ਗਾਂ ਇਹ ਪਤਾ ਨਹੀਂ ਕਿੱਥੇ ਲੈ ਗਏ। ਉਸ ਤੋਂ ਬਾਅਦ ਜੱਜ ਨੇ ਕਹਿ ਦਿੱਤਾ ਵੀ ਜੋ ਵੀ ਸਮਾਨ ਹੈਗਾ, ਜੋ ਵੀ ਤੁਸੀਂ ਚੁੱਕ ਕੇ ਲਿਆਂਦਾ ਵਾਪਸ ਕਰੋ। ਵੀ ਭਾਰਤ ਸਰਕਾਰ ਇਹ ਤੇ ਮੰਨ ਹੀ ਗਈ ਹੈਗਾ, ਪਰ ਹੁਣ ਹੈ ਕਿੱਥੇ? ਚੋਰ ਨਹੀਂ ਦੱਸਦਾ ਹੁੰਦਾ ਮੈਂ ਸਮਾਨ ਕਿੱਥੇ ਰੱਖਿਆ। ਮੇਰਾ ਪੱਕਾ ਵਿਸ਼ਵਾਸ ਆ ਉਹ ਇਹ ਹੈ ਵੀ ਇੱਕ ਦਿਨ ਐਸਾ ਜ਼ਰੂਰ ਆਏਗਾ ਜਿਸ ਦਿਨ ਸਿੱਖ ਕੌਮ ਤਲਾਸ਼ ਕਰ ਲੈਗੀ ਉਹਨਾਂ ਕਿਤਾਬਾਂ ਨੂੰ, ਜਿਹੜੀਆਂ ਕਿਤਾਬਾਂ ਬਚੀਆਂ ਹੋਈਆਂ ਔਰ ਉਹਨਾਂ 'ਚ ਜਿਹੜੇ ਸੱਚ ਬਚੇ ਹੋਏ ਨੇ। ਤੁਸੀਂ ਅੱਜ ਉੱਥੇ ਕੀ ਕਮੀਆਂ ਮਹਿਸੂਸ ਕਰਦੇ ਹੋ? ਮੈਂ ਉਹਨਾਂ ਨੂੰ ਉਹ ਜਗ੍ਹਾਵਾਂ ਨਹੀਂ ਸਮਝਦੀ ਜਿੱਥੇ ਉਹ ਕੋਈ ਬੰਦੇ ਜਾਂਦੇ ਨੇ ਕਿਤਾਬਾਂ ਪੜ੍ਹ ਕੇ ਆ ਜਾਂਦੇ ਨੇ। ਮੈਂ ਉਹਨਾਂ ਥਾਵਾਂ 'ਚ ਉਹ ਰੂਹਾਂ ਦੇਖਦੀ ਹਾਂ ਜਿਨ੍ਹਾਂ ਰੂਹਾਂ ਦੇ ਉਹ ਹਸਤ ਲਿਖਤ ਹੁਕਮਨਾਮੇ ਸਨ, ਜਿਹੜੀਆਂ ਪੁਸਤਕਾਂ ਨੂੰ ਬੜੇ ਮਹਾਂਪੁਰਖਾਂ ਦੇ ਹੱਥ ਲੱਗੇ ਹੋਏ ਨੇ, ਜਿਨ੍ਹਾਂ ਨੇ ਸੋਨੇ ਦੀ ਸਿਆਹੀ ਦੀ, ਸੋਨੇ ਨੂੰ ਲਿਕੁਇਡ ਬਣਾ ਕੇ ਉਹਦੀ ਸਿਆਹੀ ਨਾਲ ਲਿਖਿਆ ਹੋਇਆ ਇੱਕ ਮਹਾਰਾਜ ਦੀ ਵੀੜ ਹੈਗੀ ਸੀ ਜੀ। ਉਹਨੂੰ ਮਤਲਬ ਤੁਸੀਂ ਕਦੀ ਉਹਦਾ ਅੰਗ ਪਲਟਦੇ ਸੀਗੇ ਨਾ, ਤੇ ਉਹ ਅਕਸ਼ਰ ਜਿਹੜੇ ਸਨ ਉਹ ਚਮਕਦੇ ਸਨ। ਉਹਨਾਂ ਨੂੰ ਸਾਫ਼ ਕਰਨ ਲੱਗਿਆ ਵੀ ਬੰਦਾ 10 ਵਾਰੀ ਸੋਚਦਾ ਸੀ ਵੀ ਮੇਰਾ ਹੱਥ ਕਿਤੇ ਸਖਤੀ ਨਾਲ ਇਸ ਕਾਗਜ਼ ਤੇ ਨਾਲ ਲੱਗ ਜਾਏ। ਹੁਣ ਸੰਸਾਰ ਸੈਂਟੀਮੈਂਟਸ ਤੇ ਨਹੀਂ ਜੀਂਦਾ, ਸੋਲਿਡ ਚੀਜ਼ਾਂ ਤੇ ਜੀਂਦਾ ਹੈ। ਹੁਣ ਉਹ ਇਮੋਸ਼ਨਸ ਵਾਲੀਆਂ ਗੱਲਾਂ ਨਹੀਂ ਰਹੀਆਂ। ਮੈਂ ਤੇ ਉਹਨਾਂ ਥਾਵਾਂ ਦੀ ਮਿੱਟੀ ਸਮੇਟ ਕੇ ਘਰ ਲਿਆਈ ਹੋਈ ਹਾਂ ਜੀ। ਉਸ ਮਿੱਟੀ ਨੂੰ ਦੇਖ ਜੀ ਹੁੰਨੀ ਆ ਮੈਂ, ਐਸੀ ਗੱਲ ਨਹੀਂ ਹੈਗੀ। ਮੈਨੂੰ ਤਾਂ ਉਹ ਥਾਂ ਅੱਜ ਵੀ ਮੈਨੂੰ
ਹਾੜੇ ਕੱਢਣ ਤੇ ਮਜਬੂਰ ਕਰ ਦਿੰਦੀ ਹੈ। ਜਿਸ ਥਾਂ ਤੇ ਬਹਿ ਜਾਂਦੇ ਸਨ ਸਰਦਾਰ ਸਾਹਿਬ, ਜਾਂ ਜਿਹੜੀ ਥਾਂ ਮੈਨੂੰ ਉਹ ਕਹਿ ਦਿੰਦੇ ਸਨ ਤੂੰ ਉੱਥੇ ਜਾ, ਉਹ ਸਾਫ਼ ਕਰਿਆ, ਉਹ ਚੀਜ਼ਾਂ ਠੀਕ ਰੱਖਿਆ, ਉਹਨਾਂ ਨੂੰ ਉੱਦਾਂ ਕਰ ਲੈ, ਜਾਂ ਇਹਦੀ ਟਰਾਂਸਲੇਸ਼ਨ ਕਰ ਲਈਏ ਆਪਾਂ ਰਲ ਕੇ ਟਰਾਂਸਲੇਸ਼ਨ। ਮੇਰੇ ਲਈ ਤਾਂ ਉਹ ਸਥਾਨ ਅੱਜ ਵੀ ਪੂਜਨੀਕ ਹੈ ਜੀ। ਇਸ ਕਰਕੇ ਮੈਨੂੰ ਉਹਦੇ 'ਚ ਹਮੇਸ਼ਾ ਹੀ ਕੁਛ ਨਾ ਕੁਛ ਐਸਾ ਨਜ਼ਰ ਆਏਗਾ ਜਿਹੜਾ ਮੈਨੂੰ ਲੱਗੇਗਾ ਇਹ ਘੱਟ ਹੈ।